ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਹੋਏ ਪ੍ਰਾਈਮ ਮੁੱਦੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੈਬਨਿਟ ਦੇ ਵਿੱਚ ਵਿਸਤਾਰ ਤੋਂ ਪਹਿਲਾਂ 5 ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਕਿਹੜੇ-ਕਿਹੜੇ ਉਹ ਵਿਧਾਇਕ ਨੇ ਇਹ ਵੀ ਤੁਹਾਨੂੰ ਦੱਸਾਂਗੇ। ਮੀਟਿੰਗ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ ਇਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਨਾਲ ਇਹ ਵੀ ਦੱਸਾਂਗੇ ਕਿ ਇਹੀ 5 ਵਿਧਾਇਕ ਨੇ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੀ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਜਾਣੀ ਹੈ ਜਾਂ ਫਿਰ ਗੱਲ ਕੋਈ ਹੋਰ ਹੈ। ਕੌਣ ਮਿਲਿਆ ਇਸ ਤੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਉਧਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵਾਰ ਫਿਰ ਤੋਂ ਮੋਰਚਾ ਖੋਲਿਆ ਗਿਆ ਹੈ। 4 ਵੱਡੇ ਸਵਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਖੜੇ ਕੀਤੇ ਗਏ ਨੇ। ਕਿਸ ਦੇ ਖਿਲਾਫ ਇਹ ਸਵਾਲ ਨੇ ਤੇ ਕੀ ਸਵਾਲ ਨੇ, ਇਸ ਪੂਰੀ ਖਬਰ ਦੇ ਉੱਪਰ ਵੀ ਝਾਤ ਮਾਰਾਂਗੇ, ਵਿਚਾਰ ਚਰਚਾ ਕਰਾਂਗੇ। ਮੇਰੇ ਨਾਲ ਇਹਨਾਂ ਦੋਵਾਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਤੇ ਬਾਅਦ ਚ ਕਰਦੇ ਹਾਂ ਵਿਚਾਰ ਚਰਚਾ। ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਸ਼ੁਰੂਆਤ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਖਬਰ ਤੋਂ ਕਰੀਏ। ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੇ ਵਿਸਤਾਰ ਤੋਂ ਪਹਿਲਾਂ, ਜਿਵੇਂ ਕਿ ਆਪਣੇ ਦਰਸ਼ਕ ਤੇ ਜਾਣਦੇ ਹੀ ਨੇ, ਆਪਾਂ ਵੀ ਪ੍ਰੋਗਰਾਮਾਂ ਦੇ ਵਿੱਚ ਕਰਦੇ ਹੀ ਰਹਿੰਦੇ ਹਾਂ ਗੱਲਬਾਤ, ਕਿ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਮਿਲਣ ਜਾ ਰਹੀ ਹੈ, ਮੋਹਰ ਲੱਗੀ ਹੈ, ਜਿੱਥੇ ਪ੍ਰਧਾਨ ਬਦਲਣ ਜਾ ਰਿਹਾ ਪੰਜਾਬ ਕਾਂਗਰਸ ਦਾ, ਉੱਥੇ ਹੀ ਪੰਜਾਬ ਕੈਬਨਿਟ ਦੀ ਜਿਹੜੀ ਹੋਣੀ ਹੈ ਵਿਸਤਾਰ ਹੋਣ ਜਾ ਰਿਹਾ ਪੰਜਾਬ ਕੈਬਨਿਟ ਦੇ ਵਿੱਚ ਵੀ। ਤਾਂ ਕੌਣ ਇਹਦੇ ਵਿੱਚ ਸ਼ਾਮਲ ਹੋ ਸਕਦਾ ਹੈ? ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੇ 5 ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ, ਕੌਣ ਵਿਧਾਇਕ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ, ਕਿਹੜੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਗਈ, ਕੀ ਕੁਝ ਗੱਲਬਾਤ ਹੋਈ ਹੈ, ਕੀ ਨਾਲ ਹੀ ਨਾਲ ਮੈਂ ਵੀ ਪੁੱਛਣਾ ਚਾਹੂੰਗਾ ਅਣਖੀ ਸਾਹਿਬ, ਕੀ ਲੱਗਦਾ ਹੈ ਕਿ ਇਹੀ ਵਿਧਾਇਕ ਜਿਨ੍ਹਾਂ ਦੇ ਨਾਲ ਗੱਲਬਾਤ ਤੇ ਮੀਟਿੰਗ ਕੀਤੀ ਗਈ ਹੈ ਕੈਪਟਨ ਦੇ ਵੱਲੋਂ, ਇਹਨਾਂ ਨੂੰ ਹੀ ਸ਼ਾਮਲ ਕੀਤਾ ਜਾਣਾ? ਦੇਖੋ ਸਿੱਧੂ ਸਾਹਿਬ, ਗੱਲ ਅਸਲ 'ਚ ਇਹ ਹੈ ਕਿ ਜਿਸ ਤਰੀਕੇ ਨਾਲ ਜਿਹੜਾ ਪੰਜਾਬ ਦਾ ਸਿਆਸੀ ਪਲੇਟਫਾਰਮ ਆ ਔਰ ਜਿਸ ਤਰੀਕੇ ਨਾਲ ਉਹਦੇ ਉੱਤੇ ਘਟਨਾਕ੍ਰਮ ਹਰ ਸਕਿੰਟ ਬਾਅਦ ਜਾਂ ਹਰ ਦਿਨ ਬਦਲਦੇ ਨੇ, ਤਾਂ ਉਹਦੇ ਨਾਲ ਜ਼ਰੂਰੀ ਨਹੀਂ ਆ ਕਿ ਜਿਹੜੇ ਅੱਜ ਇਹ 5 ਵਿਧਾਇਕ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਮਿਲੇ ਆ ਇਹੋ ਹੀ ਉਹਨਾਂ ਦੀ ਜਿਹੜੀ ਫੇਰ ਬਦਲ ਦੇ ਵਿੱਚ ਸ਼ਾਮਲ ਹੋਣਗੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਚਰਚਾ ਦਾ ਵਿਸ਼ਾ ਕਰਨ ਵਾਲੀ ਹੈ ਕਿ ਜਿਹੜਾ ਇੱਕ ਸ਼ਬਦ ਵਾਰ-ਵਾਰ ਆ ਰਿਹਾ ਕਿ ਕੈਪਟਨ ਨੂੰ ਫ੍ਰੀ ਹੈਂਡ, ਕੈਪਟਨ ਨੂੰ ਫ੍ਰੀ ਹੈਂਡ, ਕੈਪਟਨ ਨੂੰ ਫ੍ਰੀ ਹੈਂਡ ਦੇ ਦਿੱਤਾ ਗਿਆ, ਇਹੋ ਜਿਹੀ ਜਿਹੜੀ ਕੋਈ ਗੱਲ ਨਹੀਂ ਆ। ਜੇ ਕੈਪਟਨ ਸਾਹਿਬ ਨੂੰ ਫ੍ਰੀ ਹੈਂਡ ਦੇ ਦਿੱਤਾ ਗਿਆ ਹੁੰਦਾ ਤਾਂ ਸਿੱਧੂ ਸਾਹਿਬ ਅੱਜ ਦੀ ਜਿਹੜੀ ਪੋਜੀਸ਼ਨ ਜਿਹੜੀ ਸਥਿਤੀ ਹੈ ਕੁਝ ਹੋਰ ਹੁੰਦੀ, ਉਸ ਤੋਂ ਪਹਿਲਾਂ ਬਹੁਤ ਕੁਝ ਹੋ ਗਿਆ ਹੁੰਦਾ। ਜਿਸ ਤਰੀਕੇ ਨਾਲ ਅੱਜ ਕਾਕਾ ਰਣਦੀਪ ਸਿੰਘ, ਅਮਰੀਕ ਸਿੰਘ ਢਿੱਲੋਂ ਔਰ ਜਿਹੜਾ ਰਕੇਸ਼ ਪਾਂਡੇ ਤੋਂ ਇਲਾਵਾ 2 ਜਿਹੜੇ ਵਿਧਾਇਕ ਹੋਰ ਮਿਲੇ ਨੇ, ਜਿਹੜਾ ਸੀਐਮ ਹਾਊਸ ਵੱਲੋਂ ਜਿਹੜਾ ਇੱਕ ਆ ਰਹੀ ਹੈ ਜਾਣਕਾਰੀ, ਉਹਦੇ ਅਨੁਸਾਰ ਤਾਂ ਇਹ ਚਰਚਾ ਆ ਕਿ ਇਹਨਾਂ ਵਿਧਾਇਕਾਂ ਨੂੰ ਇਹ ਗੱਲ ਪੁੱਛੀ ਗਈ ਹੈ ਕਿ ਤੁਹਾਨੂੰ ਕਿਹੜੀਆਂ ਸ਼ਿਕਾਇਤਾਂ ਨੇ, ਤੁਹਾਡੇ ਹਲਕੇ ਦੇ ਵਿੱਚ ਕਿਹੜੇ ਕੰਮ ਜਿਹੜੇ ਉਹ ਨਹੀਂ ਹੋਏ ਤੇ ਕਿਸ ਤਰੀਕੇ ਦੀ ਤੁਸੀਂ ਚਾਹੁੰਦੇ ਜੇ ਉਸ ਤਰੀਕੇ ਦੀ ਜਿਹੜੀ ਗੱਲਬਾਤ ਹੋਈ ਹੈ। ਬਾਕੀ ਜੇ ਪਾਸੇ ਜੇਕਰ ਅਸੀਂ ਰੀਸ਼ਫਲਿੰਗ ਦੀ ਗੱਲ ਕਰਦੇ ਹਾਂ ਕਿ ਫੇਰ ਬਦਲ ਦੀ ਗੱਲ ਕਰੀਏ ਕਿ ਪੰਜਾਬ ਵਜ਼ਾਰਤ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀ ਰੀਸ਼ਫਲਿੰਗ ਹੋਈ ਆ, ਉਸ ਸੰਦਰਭ ਦੇ ਵਿੱਚ ਤਾਂ ਸਿੱਧੂ ਸਾਹਿਬ ਬੜੇ ਨਾਮ ਨੇ ਜਿਨ੍ਹਾਂ ਵਿੱਚ ਕਿਤੇ ਰਾਜਾ ਵੜਿੰਗ ਦਾ ਨਾਮ ਨਹੀਂ ਹੈਗਾ, ਕਿਤੇ ਸੰਤ ਸਿੰਘ ਗਿਲਜੀਆ ਦਾ ਨਾਮ ਨਹੀਂ ਹੈਗਾ, ਦੂਜੇ ਪਾਸੇ ਆਪਣੇ ਡਾਕਟਰ ਰਾਜ ਕੁਮਾਰ ਵੇਰਕਾ ਦਾ ਵੀ ਨਾਮ ਹੈਗਾ। ਤਾਂ ਬੜੇ ਨਾਮ ਜਿਹੜੇ ਇਹ ਜਿਹੇ ਸਾਹਮਣੇ ਜਿਹੜੇ ਆ ਰਹੇ ਨੇ। ਇਹ ਜ਼ਰੂਰੀ ਨਹੀਂ ਹੈ ਕਿ ਜਿਹੜੇ ਅੱਜ ਦੇ 5 ਵਿਧਾਇਕ ਜਿਹੜੇ ਮਿਲੇ, ਦੇਖੋ ਕਾਰਨ ਅਸਲ 'ਚ ਇਹ ਆ ਕਿ ਮੀਡੀਆ ਨੂੰ ਇੱਕ ਖਬਰ ਚਾਹੀਦੀ ਹੈ। ਮੀਡੀਆ ਨੂੰ ਅਗਰ ਕੋਈ ਵੀ ਬੰਦਾ ਸੀਐਮ ਹਾਊਸ ਦੇ ਵਿੱਚ ਜਾਂਦਾ ਜਾਂ ਵਿਧਾਇਕ ਮਿਲਦਾ ਤਾਂ ਨੈਚੁਰਲੀ ਤੌਰ ਤੇ, ਕੁਦਰਤੀ ਤੌਰ ਤੇ ਉਹ ਜਿਹੜੀ ਖਬਰ ਆ ਉਹ ਸਾਡੇ ਵਾਸਤੇ ਮੀਡੀਆ ਵਾਸਤੇ ਖਬਰ ਜਿਹੜੀ ਹੁੰਦੀ ਹੈ। ਪਰ ਜਿਹੜੇ ਇਹ ਬੰਦੇ ਮਿਲੇ ਨੇ, ਜਿਹੜੇ ਅੱਜ ਵਿਧਾਇਕ ਮਿਲੇ ਨੇ, ਇਹਨਾਂ ਦੇ ਮਿਲਣ ਦੇ ਪਿਛੋਕੜ ਦੇ ਵਿੱਚ ਕੀ ਹੈ, ਇਹਨਾਂ ਦੀ ਸਥਿਤੀ ਕੀ ਹੈ, ਜਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਕਿਹੜੇ ਸੰਦਰਭ ਦੇ ਵਿੱਚ ਇਹਨਾਂ ਨੂੰ ਲੈ ਕੇ ਮਿਲੇ ਨੇ, ਪ੍ਰਸ਼ਨ ਜਿਹੜਾ ਇਹ ਹੈ। ਕਿਉਂਕਿ ਪਿਛਲੇ ਦੌਰ ਜਿਸ ਦਿਨ ਦੇ ਕੈਪਟਨ ਅਮਰਿੰਦਰ ਸਿੰਘ ਹੋਣੀ ਦਿੱਲੀ ਤੋਂ 18 ਅਨੁਪਾਤੀ ਪ੍ਰੋਗਰਾਮ ਦੀ ਲਿਸਟ ਜਿਹੜੀ ਲੈ ਕੇ ਆਏ ਨੇ, ਉਹਨਾਂ ਵੱਲੋਂ ਬੜੇ ਵੱਡੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਨੇ ਜਾਰੀ ਨੇ। ਉਹਦੇ ਅਨੁਸਾਰ ਹੀ, ਜਿਸ ਅਨੁਸਾਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਵਿਧਾਇਕਾਂ ਦੀਆਂ ਗੱਲਾਂ ਸੁਣਨੀਆਂ ਨੇ, ਤੁਸੀਂ ਲੋਕਾਂ ਦੇ ਮਸਲੇ ਹੱਲ ਕਰਦੇ ਨੇ, ਤੁਸੀਂ ਇਸ ਤਰ੍ਹਾਂ ਦੀ ਲਿਸਟ ਕਰ ਗਈ ਹੈ। ਤਾਂ ਉਸੇ ਜਦੋਂ ਤੱਕ ਮੇਰੀ ਆਪਣੀ ਸਮਝ ਆ ਉਹਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਕੇਵਲ ਇਹਨਾਂ 5 ਵਿਧਾਇਕਾਂ ਨੂੰ ਮਿਲ ਕੇ ਕੇਵਲ ਇੱਕ ਸੁਨੇਹਾ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਇਹ ਦਿੱਤਾ ਗਿਆ ਕਿ ਹਾਂ ਭਾਈ ਇਸ ਤਰੀਕੇ ਨਾਲ ਮੈਂ ਜੋ ਮੈਨੂੰ ਕਾਂਗਰਸ ਹਾਈ ਕਮਾਨ ਨੇ 18 ਅਨੁਪਾਤੀ ਪ੍ਰੋਗਰਾਮ ਜਿਹੜਾ ਦਿੱਤਾ ਸੀ ਪੂਰਾ ਕਰਨ ਵਾਸਤੇ, ਜਿਸ ਤਰੀਕੇ ਦੇ ਮੇਰੇ ਤੇ ਇਲਜ਼ਾਮ ਲੱਗਦੇ ਸੀ ਕਿ ਮੈਂ ਵਿਧਾਇਕਾਂ ਨੂੰ ਮਿਲਦਾ ਨਹੀਂ, ਹੁਣ ਦੇਖੋ ਮੈਂ ਇਕੱਲੇ ਵਿਧਾਇਕਾਂ ਨੂੰ ਜਿਹੜਾ ਮਿਲ ਕੇ ਉਹਨਾਂ ਦੇ ਮਸਲੇ ਜਿਹੜੇ ਹੱਲ ਕਰਨ ਵੱਲੋਂ ਜਿਹੜੀ ਇੱਕ ਕੋਸ਼ਿਸ਼ ਕਰ ਰਿਹਾ। ਅਸਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਹੜੀ ਆਪਣੀ ਬੜੇ ਅਹਿਮ ਭਾਰੀ ਜਿਹੇ ਸ਼ਬਦ ਲੱਗਾ ਕਹਿਣ ਗਏ, ਸ਼ਾਇਦ ਮੈਨੂੰ ਉਹਨਾਂ ਦੀ ਸ਼ਖਸੀਅਤ ਨਾਲ ਸੰਬੰਧਿਤ ਸ਼ਬਦ ਨਹੀਂ ਕਹਿਣੇ ਚਾਹੀਦੇ,
ਪਰ ਫਿਰ ਵੀ ਕਿਉਂਕਿ ਅਸੀਂ ਇੱਕ ਵਿਚਾਰ ਚਰਚਾ ਕਰ ਰਹੇ ਹਾਂ ਤਾਂ ਉਹਦੇ ਸੰਦਰਭ 'ਚ ਗੱਲ ਕਹਿਣੀ ਬਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਜੋ ਵੀ ਇਹ ਕਾਰਵਾਈਆਂ ਗਤੀਵਿਧੀਆਂ ਜਾਂ ਕਾਰਜਕਾਰੀ ਕੀਤੀ ਜਾ ਰਹੀ ਹੈ, ਇਹ ਕੇਵਲ ਔਰ ਕੇਵਲ ਆਪਣੀ ਜਿਹੜੀ ਉਹਨਾਂ ਦੀ ਸ਼ਖਸੀਅਤ ਜਿਹੜੀ ਡਿੱਗ ਚੁੱਕੀ ਆ ਪੰਜਾਬ ਦੇ ਲੋਕਾਂ ਦੀ ਨਜ਼ਰ 'ਚ, ਵਿਧਾਇਕਾਂ ਦੀ ਨਜ਼ਰ 'ਚ, ਮੰਤਰੀ ਦੀ ਨਜ਼ਰ 'ਚ, ਉਸ ਆਪਣੀ ਸ਼ਖਸੀਅਤ ਨੂੰ ਬਹਾਲ ਜਾਂ ਆਪਣੀ ਉਸ ਸਥਿਤੀ ਨੂੰ ਬਹਾਲ ਕਰਨ ਲਈ ਯਤਨਾਂ ਵਜੋਂ ਹੀ ਇਹ ਜਿਹੜੇ ਉਹਨਾਂ ਵੱਲੋਂ ਜਿਹੜੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਕਿ ਜੋ ਕਿਉਂਕਿ ਜਦੋਂ ਪਤਾ ਕਿ ਜਹਾਜ਼ ਸਾਡਾ ਹੁਣ ਡੁੱਬਣ ਵਾਲਾ ਜਾਂ ਪਤਾ ਨਹੀਂ ਕੀ ਹੈ, ਤੁਸੀਂ ਜੋ ਮਰਜ਼ੀ ਕਹਿ ਲਓ ਜਾਂ ਮੀਡੀਆ ਜਿਸ ਤਰੀਕੇ ਨਾਲ ਮਰਜ਼ੀ ਕਹਿ ਦੇ ਕਿ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਫ੍ਰੀ ਹੈਂਡ ਦੇ ਦਿੱਤਾ। ਸਿੱਧੂ ਸਾਹਿਬ ਜੇ ਫ੍ਰੀ ਹੈਂਡ ਦੇ ਦਿੱਤਾ ਹੁੰਦਾ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਸ ਦਿਨ ਦੇ ਦਿੱਲੀ ਤੋਂ ਵਾਪਸ ਆਏ ਨੇ ਇਸ ਤਰੀਕੇ ਨਾਲ ਗਤੀਵਿਧੀਆਂ ਨਾ ਕਰਦੇ ਜਿਸ ਤਰੀਕੇ ਨਾਲ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ ਸੁਭਾਅ ਹੈਗਾ ਕਿ ਕਿਸੇ ਚੀਜ਼ ਨੂੰ ਉਹ ਬਿਲਕੁਲ ਹਾਈਕਮਾਨ ਨੂੰ ਬਿਲਕੁਲ ਇਗਨੋਰ ਕਰ ਦਿੰਦੇ ਆ। ਪਰ ਜਿਸ ਦਿਨ ਦੇ ਮੈਡਮ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ ਆ ਔਰ ਉਸ ਤੋਂ ਪਹਿਲਾਂ ਜਦੋਂ 18 ਨੂੰ ਪਾਰਟੀ ਪ੍ਰੋਗਰਾਮ ਆਇਆ ਔਰ ਨਵਜੋਤ ਸਿੱਧੂ ਦੀ ਜਿਸ ਤਰੀਕੇ ਨਾਲ ਜਿਹੜੀ ਐਂਟਰੀ ਹੈ ਉਹ ਪੰਜਾਬ 'ਚ ਪੰਜਾਬ ਸੰਗਠਨ ਕਾਂਗਰਸ ਦੇ ਸੰਗਠਨ 'ਚ ਜਾਂ ਦੂਜੇ ਬੰਨੇ ਕਾਂਗਰਸ ਵਿਚਾਰ 'ਚ ਹੋ ਰਹੀ ਆ, ਤਾਂ ਉਸ ਤੋਂ ਮਗਰੋਂ ਤੁਸੀਂ ਮਹਿਸੂਸ ਕਰੋਗੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ੈਲੀ ਦੇ ਵਿੱਚ ਬੜਾ ਅੰਤਰ ਆਇਆ। ਉਹ ਸ਼ੈਲੀ ਜਿਹੜੀ ਆ ਵਿਧਾਇਕਾਂ ਨੂੰ ਮਿਲਣ ਦੀ ਹੈ, ਵਿਧਾਇਕਾਂ ਨਾਲ ਗੱਲਾਂ ਬਾਤਾਂ ਕਰਨ ਦੀ ਹੈ ਜਾਂ ਕਾਰਵਾਈਆਂ ਕਰਨ ਦੀ ਹੈ। ਸੋ ਅਸੀਂ ਇਹ ਫ੍ਰੀ ਹੈਂਡ ਨਹੀਂ ਕਹਿ ਸਕਦੇ, ਅਸੀਂ ਇਹ ਕਹਾਂਗੇ ਕਿ ਹਾਂ ਹਾਈ ਕਮਾਂਡ ਦੇ ਦਬਾਅ ਦੇ ਹੇਠ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਾਰਜਸ਼ੈਲੀ ਨੂੰ ਅਣਖ ਸਾਹਿਬ ਇਹ ਸਵਾਲ ਉੱਠਦਾ ਹੈ ਕਿ ਜਿਵੇਂ ਕੈਬਨਿਟ ਦੇ ਵਿੱਚ ਵਿਸਥਾਰ ਹੋਣਾ ਹੈ ਤਾਂ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਕੈਬਨਿਟ ਦੇ ਵਿੱਚ ਵਿਸਥਾਰ ਦਾ, ਤਾਂ ਉਸ ਤੋਂ ਪਹਿਲਾਂ ਵਿਧਾਇਕਾਂ ਦੇ ਨਾਲ 5 ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਜਾਣੀ, ਕਿਉਂਕਿ ਰਾਕੇਸ਼ ਪਾਂਡੇ ਜਿਹੜੇ ਆ, ਰਾਕੇਸ਼ ਪਾਂਡੇ 5-6 ਵਾਰ ਦੇ ਵਿਧਾਇਕ ਸੀ। ਜਦੋਂ ਮੰਤਰੀ ਆਸ਼ੂ ਨੂੰ ਲੁਧਿਆਣਾ ਤੋਂ ਮੰਤਰੀ ਬਣਾਇਆ ਗਿਆ ਤਾਂ ਰਾਕੇਸ਼ ਪਾਂਡੇ ਨੇ ਕਾਫੀ ਇਤਰਾਜ਼ ਜਤਾਇਆ ਸੀ ਕਿ ਮੈਂ ਜਦੋਂ ਸੀਨੀਅਰ ਆ ਤੇ ਮੈਨੂੰ ਮੰਤਰੀ ਨਹੀਂ ਬਣਾਇਆ ਗਿਆ। ਉਦੋਂ ਤੋਂ ਜਿਹੜਾ ਹੈਗਾ ਉਹਨਾਂ ਨੂੰ ਨਾਰਾਜ਼ਗੀ ਦੂਰ ਕਰਨ ਦੀ ਜਿਹੜੀ ਹੈਗੀ ਹੈ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਸੀ। ਨਾਰਾਜ਼ਗੀ ਦੂਰ ਕਰਨ ਦੇ ਲਈ ਉਹਨਾਂ ਦੇ ਪੁੱਤਰ ਨੂੰ ਵੀ ਜਿਹੜੀ ਨੌਕਰੀ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਵਿਰੋਧ ਦੇ ਚੱਲਦਿਆਂ ਸ਼ਾਇਦ ਹਾਲੇ ਨਹੀਂ ਦਿੱਤੀ ਗਈ। ਪਰ ਉਹਨਾਂ ਦੇ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਕਿ ਅਸੀਂ ਨਹੀਂ ਲੈਣੀ, ਹਾਲਾਂਕਿ ਫਤਿਹ ਜੰਗ ਬਾਜਵਾ ਨੇ ਤਾਂ ਕਹਿਤਾ। ਪਰ ਕੀ ਲੱਗਦਾ ਹੈ ਕਿ ਜੇਕਰ ਇਸ ਤਰੀਕੇ ਦੇ ਨਾਲ ਮੀਟਿੰਗ ਹੋਈ ਹੈ ਤਾਂ ਉਹਨਾਂ ਨੂੰ ਸ਼ਾਇਦ ਕਿਹਾ ਜਾਂਦਾ ਹੋਵੇ ਕਿ ਭਾਈ ਠੀਕ ਹੈ, ਹੁਣ ਜਿਹੜਾ ਟਾਈਮ ਰਹਿੰਦਾ ਸੀ ਤੁਹਾਨੂੰ ਮੰਤਰੀ ਬਣਾ ਦਿੰਦੇ ਆ ਤਾਂ ਤੁਸੀਂ ਆਪਣੀ ਨਾਰਾਜ਼ਗੀ ਜਿਹੜੀ ਆ ਉਹ ਛੱਡ ਦਿਓ। ਤਾਂ ਉਧਰੋਂ ਅਮਰੀਕ ਸਿੰਘ ਢਿੱਲੋਂ ਜਿਹੜੇ ਆ ਉਹ ਵੀ ਬੜੇ ਕਰੀਬ ਮੰਨੇ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ ਧੜੇ ਦੇ। ਤਾਂ ਦੂਜੇ ਪਾਸੇ ਕਾਕਾ ਰਣਦੀਪ ਜਿਹੜੇ ਆ, ਕਾਕਾ ਰਣਦੀਪ ਵੀ 2019 ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਲੋਕ ਸਭਾ ਦੀ ਹੋਈਆਂ ਸੀ ਉਦੋਂ ਉਹ ਵੀ ਟਿਕਟ ਮੰਗ ਰਹੇ ਸੀ। ਕੈਪਟਨ ਪਰਿਵਾਰ ਦੇ ਨਾਲ ਉਹਨਾਂ ਦੇ ਵੱਲੋਂ ਖਾਸੀ ਨਾਰਾਜ਼ਗੀ ਜਤਾਈ ਗਈ ਸੀ। ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਸੀ ਕਿ ਨਾਭੇ ਤੋਂ ਉਹਨਾਂ ਦੀ ਟਿਕਟ ਕੱਟ ਕੇ ਜਾਣਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਨੂੰ ਉੱਥੇ ਭੇਜਿਆ ਤੇ ਮੈਨੂੰ ਇੱਥੇ ਅਮਲੋਹ ਜਿਹੜਾ ਸੈੱਟ ਦਿੱਤਾ। ਹੁਣ ਅਮਲੋਹ ਤੋਂ ਵਿਧਾਇਕ ਨੇ ਕਾਕਾ ਰਣਦੀਪ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਨਾਰਾਜ਼ਗੀ ਸੀ। ਕੀ ਲੱਗਦਾ ਹੈ ਕਿ ਇਹਨਾਂ ਤਿੰਨਾਂ ਵਿਧਾਇਕਾਂ ਨੂੰ, ਪੰਜਾਂ ਦੇ ਵਿੱਚੋਂ ਇਹਨਾਂ ਤਿੰਨਾਂ ਵਿਧਾਇਕਾਂ ਨੂੰ ਇਸ ਕਰਕੇ ਸੱਦਿਆ ਗਿਆ ਹੋਵੇ ਕਿ ਸ਼ਾਇਦ ਇਹਨਾਂ ਨੂੰ ਹੀ ਮੰਤਰੀ ਬਣਾਇਆ ਜਾਣਾ ਹੋਵੇ ਕੈਬਨਿਟ ਦੇ ਵਿੱਚ? ਦੇਖੋ ਸਿੱਧੂ ਸਾਹਿਬ, ਬੜੀ ਵਧੀਆ ਤੁਸੀਂ ਪ੍ਰਸ਼ਨ ਕੀਤਾ ਕਿ ਜਿਹੜਾ ਇਹਨਾਂ ਮੰਤਰੀਆਂ ਦੇ ਵਿੱਚ, ਕਿਉਂਕਿ ਇਕੱਲੇ ਦੀ ਤੁਸੀਂ ਸਥਿਤੀ ਨੂੰ ਵਿਸਤਾਰ ਦਿੱਤਾ ਕਿ ਜਿਸ ਤਰ੍ਹਾਂ ਪਾਂਡੇ ਨੂੰ ਕਾਕਾ ਰਣਦੀਪ ਸਿੰਘ ਜਾਂ ਅਮਰੀਕ ਸਿੰਘ ਢਿੱਲੋਂ ਦੀ ਸਥਿਤੀ ਦਾ ਤੁਸੀਂ ਵਿਸ਼ਲੇਸ਼ਣ ਖੁੱਲ੍ਹ ਕੇ ਕੀਤਾ। ਬਿਲਕੁਲ ਪੋਸੀਬਿਲਿਟੀ ਹੋ ਸਕਦੀ ਹੈ ਇਸ ਤਰੀਕੇ ਦੀ ਕਿ ਇਹਨਾਂ ਦੇ ਵਿੱਚ ਜਿਹੜਾ ਅਸੰਤੋਸ਼ ਫੈਲਿਆ ਉਸ ਅਸੰਤੋਸ਼ ਨੂੰ ਸੈੱਟ ਕਰਨ ਵਾਸਤੇ ਜਾਂ ਘੱਟ ਕਰਨ ਵਾਸਤੇ ਇਹਨਾਂ ਨੂੰ ਜਿਹੜੀ ਨੁਮਾਇੰਦਗੀ ਜਿਹੜੀ ਦਿੱਤੀ ਜਾਵੇ। ਪਰ ਮੈਨੂੰ ਜਿੱਥੇ ਤੱਕ ਮੇਰੀ ਆਪਣੀ ਸਮਝ ਹੈਗੀ ਹੈ ਸਿੱਧੂ ਸਾਹਿਬ, ਮੈਨੂੰ ਨਹੀਂ ਲੱਗਦਾ, ਕਿਉਂਕਿ ਇਹ ਉਹ ਨਾਮ ਤੁਸੀਂ ਗਿਣੇ ਨੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਬਿਲਕੁਲ ਅਸੀਂ ਬੈਕਫੁੱਟ ਤੇ ਜਿਹੜੇ ਨਾਮ ਪਏ ਨੇ। ਕਾਕਾ ਰਣਦੀਪ ਸਿੰਘ ਦਾ ਕੋਈ ਧੜਾ ਨਹੀਂ, ਰਾਕੇਸ਼ ਪਾਂਡੇ ਦਾ ਕੋਈ ਧੜਾ ਨਹੀਂ ਹੈ, ਜਾਂ ਅਮਰੀਕ ਸਿੰਘ ਢਿੱਲੋਂ ਦਾ ਜਿਹੜਾ ਕੋਈ ਧੜਾ ਨਹੀਂ, ਜਾਂ ਹੋਰ ਕੋਈ ਬੰਦੇ ਨਹੀਂ ਹੈਗੇ। ਪਰ ਅਣਖੀ ਸਾਹਿਬ, ਇਹ ਸਵਾਲ ਇਸ ਲਈ ਖੜੇ ਹੁੰਦੇ ਨੇ ਕਿਉਂਕਿ ਜਿਹੋ ਜਿਹੀ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਹੈ, ਜਿਹੋ ਜਿਹਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਆਪਣਾ ਖੇਮਾ, ਆਪਣੀ ਕੋਟਰੀ ਜਿਹੜੀ ਉਹਨਾਂ ਦੀ ਖਿੰਡ ਗਈ ਹੈ, ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਟਾਵੇਂ ਜਿਹੇ ਬੰਦੇ ਰਹਿ ਗਏ ਨੇ। ਤਾਂ ਇੱਕ ਕਰਕੇ ਹੋ ਸਕਦਾ ਕਿ ਇਹ ਜਿਨ੍ਹਾਂ ਦਾ ਕੋਈ ਧੜਾ ਹੈ ਨਹੀਂ, ਜਿਹੜੇ ਨਾ ਤਾਂ ਕੈਪਟਨ ਅਮਰਿੰਦਰ ਧੜੇ ਦੇ ਆ ਤੇ ਨਾ ਹੀ ਕਿਸੇ ਹੋਰ ਧੜੇ ਦੇ ਆ, ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਕਿ ਇਹਨਾਂ ਨੂੰ ਕੁਛ ਨਾ ਕੁਛ ਦੇ ਕੇ ਕਮ ਸੇ ਕਮ ਆਪਣੇ ਨਾਲ ਹੀ ਮਿਲਾ ਲਿਆ ਜਾਵੇ। ਡੁੱਬਦੇ ਨੂੰ ਤਿਨਕੇ ਦਾ ਸਹਾਰਾ ਕਹਿੰਦੇ ਹੁੰਦੇ ਆ। ਜੀ ਬਿਲਕੁਲ ਸਿੱਧੂ ਸਾਹਿਬ, ਜਿਹੜਾ ਤੁਹਾਡਾ ਵਿਸ਼ਲੇਸ਼ਣ ਆ ਬੜਾ ਮਤਲਬ ਸਟੀਕ ਵਿਸ਼ਲੇਸ਼ਣ ਆ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੁਣੀ ਇਸ ਸੋਚਦੇ ਹੀ ਕੰਮ ਕਰ ਰਹੀ, ਪੋਸੀਬਿਲਿਟੀ ਹੈਗੀ ਹੈ, ਸੰਭਾਵਨਾ ਹੈਗੀ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਵੀ ਨਾਲ ਜਿਹੜਾ ਲਗਾਇਆ ਜਾ ਸਕੇ। ਇਹਦੇ ਵਿੱਚ ਨਵਤੇਜ ਸਿੰਘ ਚੀਮਾ ਦਾ ਵੀ ਨਾਮ ਜਿਹੜਾ ਸ਼ਾਮਲ ਕੀਤਾ ਜਾ ਸਕਦਾ। ਪਰ ਜਿਹੜੀਆਂ ਸਥਿਤੀਆਂ ਨੇ ਸਿੱਧੂ ਸਾਹਿਬ, ਗੱਲ ਅਸਲ 'ਚ ਇਹ ਹੈਗੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਸ ਤਰ੍ਹਾਂ ਕੋਈ ਇੱਕ ਉਹ ਜਿਹੜਾ ਮੁਹਾਵਰਾ ਹੁੰਦਾ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਉਹ ਸਹਾਰਾ ਲੱਭਦੇ ਪਏ ਨੇ। ਤਾਂ ਜੇਕਰ ਉਹਨਾਂ ਦਾ ਸਹਾਰਾ ਲੱਭਣਾ ਹੀ ਆ ਤਾਂ ਫਿਰ ਇਹੋ ਜਿਹੇ ਜਿਹੜੇ ਅਣਗੌਲੇ ਚਿਹਰੇ ਨੇ ਇਹਨਾਂ ਦਾ ਸਹਾਰਾ ਕਦੋਂ ਲੱਭਣਗੇ? ਉਹ ਕੁਝ ਹੋਰ ਜਿਹੜੇ
हैवी वेटेज वाले ने या उच्चे आधार वाले ने उन्होंने बंदे का आधार वो लै सकते हैं। बाकी जी स्थिति है सिद्धू साहब कल तक जी जिस तरीके काउंटर शुरू हो गया सारे लोग गल्लां करते पे ने वो कल तक जी स्थिति जी साफ हो जा सकती है। जेकर काका रणदीप सिंह की गल करिए तो इसका जो पिछोकड़ है ये नाभा रियासत नाल संबंधित है। इन्होंने मतलब भी जोड़े राजनीतिक परिवार नाल संबंधित रहे हैं। राकेश पांडे की जेकर गल करते जिन्हें जोगिंदरपाल पांडे जोड़े उन्होंने फादर से अतवादी वालों जोड़े मार दिते गए। तो किसी किस्म के नाल जिस तरीके तुसीं बड़ी वधिया गल कीती कि उन्होंने उस गुस्से को ठंडा करने वास्ते जिस तरीके नायब तहसीलदार का अहुदा उन्होंने देना सी जां फतेह जंग सिंह बाजवा के बेटे को जो ASI बनाना सी उस संदर्भ में जो वो स्थितियां नहीं रही पॉसिबिलिटी संभावना ये भी है कि शायद उस तरीके राकेश पांडे को सद के मंत्री बनाया जाए। पर मैनूं सिर्फ पता नहीं इस तरीके क्यों लगता कि इहो जिहियां स्थितियां जिहड़ियां ने शायद संभव नहीं है क्योंकि कैप्टन अमरिंदर सिंह होनी इस वे उस स्थिति से पहुंचे ने जिथे उन्होंने मजबूत सहारिਆਂ की लोड़ हैगी। ठीक है राकेश पांडे पंजाब की सियासत में एक चेहरा हो सकता अपने जोगिंदरपाल पांडे के फादर के नाम से लाहा लैन वाला या काका रणदीप सिंह अपनी मदद के नाम से हो सकता। पर स्थितियां जिहड़ियां बाकी इहो जिहियां लगदियां नहीं। बाकी राजनीति के सिद्धू साहब की हो जाना स्वीट तक ये तो केवल और केवल हाईकमान जानती है या कैप्टन अमरिंदर सिंह का ग्रुप जो वो जानता है। पर जिस मैनूं इस तरीके महसूस होता कि इन्हां दे विचों शायद जे वध तो वध ना लगे दा लगे तो जोगिंदरपाल पांडे का नाम जो सॉरी राकेश पांडे का जोड़ा वो दा लग सकता क्योंकि जिस तरीके वो अलाइड चलते पे सी उन्होंने बेटे को नायब तहसीलदार की उपाधि जी जो देना सी नौकरी देनी सी पर वह विरोध हो गया। हालांकि उन्होंने इनकार नहीं किया गया तो या हरीश रावत ने जिस तरीके उस गल को छेड़िया हो सकता पॉसिबिलिटी जी हो सकती है कि राकेश पांडे का नाम जो वो ये आ गए। बाकी जो दो नाम ने उन्होंने सिर्फ तार जो वो नहीं है ये केवल और केवल उस स्थिति उस स्थिति सिरजी जा रही है जिसके संबंध में ये कहा जाता कि कैप्टन अमरिंदर सिंह होनी एक्शन मूव दे एक्शन मूव मतलब हर तरीके जी 18 मैंबरी सॉरी 18 नुकाती प्रोग्राम जो उन्होंने दिता गया सी उस 18 नुकाती प्रोग्राम को पूरा करने वास्ते कैप्टन अमरिंदर सिंह पूर्ण तौर पर एक्शन मूव में ने क्योंकि तुहानूं याद हो कि अज तो 2 या 4 दिन पहला जो प्रताप सिंह बाजवा नाल गलबात हुई सी तो उन्होंने कहा कि 12 तरीक तक जो सारे मसले जो हल कर दिए जाएंगे। तो 12 तरीक जी अज लगी तो बकायदा तौर पर फार्मूला जो तैयार है सब एक्शन मूव जो हो चुके हैं। इस वे तक केवल रिजल्ट जोड़ा वो उन्होंने रिजल्ट आने के मेरा नहीं ख्याल कि ज़्यादा 24 घंटे जोड़े ने वो बचे ने शायद कल सवेरे 8 बजे या 10 बजे कल के दिन के कुछ हो जाए। सो अं ये नहीं कह सकते कि ये जो 5 मंत्री विधायक जोड़े अज मिले ने इन्होंने 5 का ही नाम जो मंत्री के रूप में आ सकता। मैनू जो इस तरह महसूस होता कि नहीं ये अगर दा लगता है तो शायद राकेश पांडे का नाम हो सकता है। बाकी स्थिति जी है वो कल तक क्लीयर हो जाए क्योंकि CM हाउस में जो बयान आ रहा बार बार वो आ रहा कि विधायकों नाल उन्होंने शिकायत उन्होंने हल्कों के जो विकास कार्य नहीं हुए उन्होंने विकास कार्यों का चुकने वास्ते किहड़ियां कार्रवाइयां कीतियां जाण किस तरीके की गलबात की जाए उस तरीके की। इस मैं होर भी ये गल करनी चाहांगा कि जिस तरीके बीते दिन जो बटाला के अश्विनी सेठी हल्का इंचार्ज ने साबका विधायक ने उन्होंने वालों भी ये मुद्दा बड़ा जोर शोर का चुकया गया कि कांग्रेस के जी हिंदू वर्ग है उसकी नज़रअंदाजी की जा रही है। तो मैं छड्ड के किसी हालांकि उन्होंने कहा तो नहीं पर यह मतलब कि वो अकाली दल जा रही है। कैप्टन अमरिंदर सिंह को बड़ी जल्द जो डॉक्टर राजकुमार वेरका भेजा गया ताकि ये सारे मसले का जो हल हो सके। डॉक्टर राजकुमार वेरका ने जाके उन्होंने मिले अश्विनी सेठी मिले तो अश्विनी सेठी हालांकि दिल्ली के नाल भी कैप्टन अमरिंदर सिंह तक पहुंचे राहुल गांधी के दरबार तो बड़िया संभावना पेश की जा रही सन कि शायद अश्विनी सेठी को कल ही कुछ दे दिता जाए पर उन्होंने अजे तक कोई चीज़ की प्राप्ति नहीं वो भी अजे क्योंकि जितना एक शब्द ऑफ द रिकॉर्ड में जो गलबात हुई तो उन्होंने मंगलवार तक वेट करके कहा मंगलवार सवेरे है मंगलवार के लिए सारी स्थिति जी है वो साफ हो जाएगी कि मिलता या की नहीं मिलता। असं कह सकते कल का जो दिन है पंजाब कांग्रेस वास्ते पंजाब वास्ते बड़ा महत्वपूर्ण दिन होगा और ये दिन जो कैप्टन अमरिंदर सिंह होना की सियासी जो भविख है उन्होंने निर्धारित करेगा क्योंकि बहुत कुछ कल यहो जिहा जेकर अपनी अपनी कैबिनेट के जेकर कुछ मंत्रियों की छुट्टी करते हैं
ਤਾਂ ਸਿੱਧੂ ਸਾਹਿਬ ਨੈਚੁਰਲੀ ਹੈ ਉਹ ਬੰਦੇ ਖੁਸ਼ ਤੇ ਹੋਣਗੇ ਨਹੀਂ, ਉਹ ਵੀ ਨਾਰਾਜ਼ ਹੋਣਗੇ। ਤੇ ਜਿਹੜੇ ਨਵੇਂ ਹੋਣਗੇ ਉਹ ਕਿਸ ਹੱਦ ਤੱਕ ਹੈਵੀਵੇਟਸ ਕਿਉਂਕਿ ਇੱਕ ਬੰਦਾ ਉਹ ਜਿਹਨੇ 4.5 ਸਾਲ ਲੋਕਾਂ 'ਚ ਵਿਚਰ ਕੇ ਆਪਣੀਆਂ ਸਥਿਤੀਆਂ ਮਜ਼ਬੂਤ ਕੀਤੀਆਂ, ਤੇ ਇੱਕ ਉਹ ਬੰਦਾ 4.5 ਮਹੀਨੇ 'ਚ, ਕਿਉਂਕਿ ਅੱਜ ਕੇਵਲ 87 ਦਿਨ ਰਹਿ ਗਏ ਕੋਡ ਆਫ ਕੰਡਕਟ ਨੂੰ ਜਾਰੀ ਹੋਣ ਦੇ ਵਿੱਚ, ਤਾਂ ਇਹਨਾਂ 87 ਦਿਨਾਂ ਦੇ ਵਿੱਚ ਕਿਹੜਾ ਬੰਦਾ, ਕਿਹੜਾ ਮੰਤਰੀ ਜਾਂ ਕੀ ਕੁਝ ਬਣ ਕੇ ਆਪਣੀ ਸਥਿਤੀ ਨੂੰ ਸੁਧਾਰ ਸਕਦਾ? ਇਹ ਤਾਂ ਸਾਰੇ ਸਮਝਦੇ ਹਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਈਗੋ ਜਿਹੜੀ ਆ ਉਹ ਸ਼ਾਂਤ ਉਵੇਂ ਜਿਹੜੀ ਸ਼ਾਇਦ ਸ਼ਾਂਤ ਹੋ ਸਕੇ। ਬਿਲਕੁਲ। ਤਾਂ ਅਗਲੀ ਖਬਰ ਦੀ ਆਪਾਂ ਗੱਲਬਾਤ ਕਰੀਏ, ਜਿੱਥੇ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਦੇ ਵਿਸਤਾਰ ਦੇ ਵਿੱਚ ਮਸ਼ਰੂਫ ਨੇ, ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਲੋਕ ਮੁੱਦਿਆਂ ਨੂੰ ਫਿਰ ਤੋਂ ਉਭਾ ਰਹੇ ਨੇ। ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਕਰਕੇ 4 ਮੇਨ ਅਹਿਮ ਸਵਾਲ ਇੱਕ ਵਾਰ ਫਿਰ ਤੋਂ ਚੁੱਕੇ ਨੇ। ਕੀ ਉਹ ਸਵਾਲ ਨੇ? ਨਵਜੋਤ ਸਿੰਘ ਸਿੱਧੂ ਆਪਣੇ ਫੇਸਬੁੱਕ ਹੈਂਡਲ ਤੇ ਟਵਿੱਟਰ ਹੈਂਡਲ ਤੇ ਲਿਖਦੇ ਨੇ ਕਿ ਪੰਜਾਬ ਦੇ ਲੋਕਾਂ ਵੱਲੋਂ ਬੇਅਦਬੀ ਦੇ ਮੁੱਦੇ ਤੇ ਬਾਦਲਾਂ ਨੂੰ ਸਿੱਧੇ ਸਵਾਲ। ਮੈਂ ਇੱਕ ਕਰਕੇ ਜਿਹੜਾ ਇੱਕ ਵਾਰੀ ਇਹ ਸਵਾਲ ਜਿਹੜੇ ਉਹਨਾਂ ਨੇ ਖੜੇ ਕੀਤੇ ਆ ਮੈਂ ਦੱਸ ਦਿੰਦਾ, ਬਾਅਦ 'ਚ ਇਹਨਾਂ ਤੇ ਵਿਚਾਰ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਸਵਾਲ ਨੰਬਰ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋਣ ਦੀ ਘਟਨਾ ਹੋਈ, ਜਿਸ ਦੇ ਫਲਸਰੂਪ ਅਕਤੂਬਰ 2015 ਦੇ ਵਿੱਚ ਬੇਅਦਬੀ ਹੋਈ, ਧਰਨੇ ਲੱਗੇ ਤੇ ਗੋਲੀकांड ਵਾਪਰਿਆ। ਇਸ ਬੀੜ ਚੋਰੀ ਦੀ ਘਟਨਾ ਦੀ 4 ਮਹੀਨਿਆਂ ਵਿੱਚ ਜਾਂਚ ਬਾਦਲ ਸਰਕਾਰ ਨੇ ਕਿਉਂ ਨਹੀਂ ਕਰਵਾਈ? ਸਵਾਲ ਨੰਬਰ 2 ਹੈ, 2 ਭਰਾਵਾਂ ਰੁਪਿੰਦਰ ਅਤੇ ਜਸਵਿੰਦਰ ਨੂੰ ਬੇਅਦਬੀ ਦੇ ਝੂਠੇ ਮੁਕੱਦਮੇ ਦੇ ਵਿੱਚ ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕੀ ਕਦਮ ਚੁੱਕੇਗੇ? ਤੀਜਾ ਸਵਾਲ, ਜਸਟਿਸ ਸੇਵਾ ਮੁਕਤ ਜੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤੇ ਰਣਵੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਸਿੱਟ ਦੁਆਰਾ ਸ਼ੱਕ ਦੀ ਉਂਗਲ ਡੇਰਾ ਸੱਚਾ ਸੌਦਾ ਦੇ ਆਦਮੀਆਂ ਉੱਪਰ ਰੱਖਣ ਦੇ ਬਾਵਜੂਦ 2017 ਦੀਆਂ ਚੋਣਾਂ ਤੋਂ ਪਹਿਲਾਂ 2 ਸਾਲ ਬਾਦਲ ਸਰਕਾਰ ਦੁਆਰਾ ਬੇਅਦਬੀ ਦੇ ਕੇਸਾਂ ਵਿੱਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਬਾਈਬਲ ਕਲਾਂ ਗੋਲੀकांड ਦੇ ਸਬੂਤਾਂ ਨਾਲ ਛੇੜਛਾੜ ਕਰਨ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਐਸਐਸਪੀ ਚਰਨਜੀਤ ਸ਼ਰਮਾ ਦੀ ਅੰਗ ਰੱਖਿਅਕ ਜਿਪਸੀ ਪੰਕਜ ਬਾਂਸਲ ਦੀ ਵਰਕਸ਼ਾਪ ਤੱਕ ਕਿਵੇਂ ਲਿਜਾਈ ਗਈ ਅਤੇ ਇਹ ਜਚਾਉਣ ਲਈ ਕਿ ਪੁਲਿਸ ਨੇ ਗੋਲੀ ਸਵੈ ਰੱਖਿਆ ਵਿੱਚ ਚਲਾਈ ਸੀ? ਸੁਹੇਲ ਬਰਾੜ ਦੇ ਹਥਿਆਰ ਨਾਲ ਜਿਪਸੀ ਉੱਤੇ ਨਕਲੀ ਗੋਲੀਆਂ ਦੇ ਨਿਸ਼ਾਨ ਕਿਵੇਂ ਪਾਏ ਗਏ? ਇਸ ਦਾ ਹੁਕਮ ਕਿਸ ਨੇ ਦਿੱਤਾ? ਇਹ ਸਾਰੇ 4 ਸਵਾਲ ਨਵਜੋਤ ਸਿੰਘ ਸਿੱਧੂ ਨੇ ਖੜੇ ਕੀਤੇ ਨੇ। ਸਾਫ਼ ਜ਼ਾਹਿਰ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਸਵਾਲਾਂ ਤੋਂ, ਇਹਨਾਂ ਲਿਖਤਾਂ ਤੋਂ, ਕਿ ਨਵਜੋਤ ਸਿੰਘ ਸਿੱਧੂ ਬੜੀ ਡੂੰਘਾਈ ਦੇ ਨਾਲ, ਬੜੀ ਬਾਰੀਕੀ ਦੇ ਨਾਲ ਮਾਮਲੇ ਨੂੰ ਲੈ ਕੇ ਅੱਗੇ ਚੱਲ ਰਹੇ ਨੇ। ਕੀ ਲੱਗਦਾ ਹੈ ਕਿ ਬਾਦਲ ਪਰਿਵਾਰ ਜਿਹਦੇ ਤੇ ਇਹਨਾਂ ਨੇ ਸਵਾਲ ਖੜੇ ਕੀਤੇ ਨੇ ਹੁਣ ਇਸ ਡੂੰਘਾਈ ਦੇ ਨਾਲ ਜਵਾਬ ਵੀ ਦੇ ਪਾਉਣਗੇ? ਦੇਖੋ ਸਿੱਧੂ ਸਾਹਿਬ, ਗੱਲ ਜਿਹੜੀ ਇਹ ਆ ਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਅੱਜ ਇਹ ਮੁੱਦੇ ਜਿਹੜੇ ਖੜੇ ਨੇ, ਇਹ ਮੁੱਦੇ ਉਹ ਨੇ ਜਿਹੜੇ ਹਮੇਸ਼ਾ ਪੰਜਾਬ ਦੇ ਲੋਕਾਂ, ਪੰਜਾਬ ਦੀ ਅਫਸਰਸ਼ਾਹੀ, ਪੰਜਾਬ ਦੀ ਰਾਜਨੀਤਿਕ ਪਾਰਟੀ ਦੇ ਚਾਹੁੰਦੀ ਆ ਕਿ ਉਹ ਇਹਨਾਂ ਗੱਲਾਂ ਦਾ ਸਾਫ਼ ਸਪਸ਼ਟ ਜਵਾਬ ਆਏ। ਇਹਦੇ ਵਾਸਤੇ ਕੈਪਟਨ ਜਿੱਥੇ ਬਾਦਲ ਸਰਕਾਰ ਨੇ ਜੋਰਾ ਸਿੰਘ ਕਮਿਸ਼ਨ ਬਣਾਇਆ, ਉੱਥੇ ਕੈਪਟਨ ਸਰਕਾਰ ਜਦੋਂ ਉਹ ਹੋਂਦ ਵਿੱਚ ਆਈ ਤਾਂ ਬਕਾਇਦਾ ਤੌਰ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, SIT ਡਾਕਟਰ ਕਮਲ ਵਿਜੇ ਪ੍ਰਤਾਪ ਵਾਲੀ ਵੀ ਹੋਂਦ ਆਈ, ਪਰ ਅਜੇ ਤੱਕ ਇਹਨਾਂ ਮੁੱਦਿਆਂ ਦਾ ਅਸਲ ਜਵਾਬ ਜਿਹੜਾ ਉਹ ਨਹੀਂ ਮਿਲਿਆ। ਪ੍ਰਸ਼ਨ ਤਾਂ ਇਹ ਕਿ ਇਹਨਾਂ ਗੱਲਾਂ ਦਾ ਸ਼ੰਕਾ ਜਾਂ ਇਹਨਾਂ ਗੱਲਾਂ ਦੇ ਸੰਬੰਧੀ ਜਿਹੜੇ ਸ਼ੰਕੇ ਹੈਗੇ ਇਹ ਹੁਣ ਤੱਕ ਸਾਫ਼ ਹੋ ਜਾਣੇ ਚਾਹੀਦੇ ਸਨ। ਪਰ ਤਰਾਸਦੀ ਇਹ ਸੰਤਾਪ ਇਹ ਹੈ ਕਿ ਪੰਜਾਬ ਦੇ ਲੋਕਾਂ ਦਾ ਕਿ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਨਹੀਂ ਮਿਲਿਆ। ਤਾਂ ਨਵਜੋਤ ਸਿੱਧੂ ਵੱਲੋਂ ਜਿਸ ਤਰੀਕੇ ਨਾਲ ਕੱਲ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਗਈ, ਉਹ ਸਾਂਝੀ ਵੀਡੀਓ ਦੇ ਵਿੱਚ ਜਿੱਥੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ, ਔਰ ਅੱਜ ਜਿਸ ਤਰੀਕੇ ਨਾਲ ਇਹ ਜਿਹੜੇ 4 ਬੜੇ ਮਹੱਤਵਪੂਰਨ ਮੁੱਦੇ ਨੇ, ਇਹ ਬਾਦਲ ਸਰਕਾਰ ਦੀ ਉਸ ਜ਼ਿੰਮੇਵਾਰੀ ਨੂੰ ਫਿਕਸ ਕਰਦੇ ਨੇ, ਨਿਰਧਾਰਿਤ ਕਰਦੇ ਨੇ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਉਸ ਤੌਰ ਦੇ ਵਿੱਚ ਨਿਭਾਉਣੀ ਚਾਹੀਦੀ ਸੀ, ਪਰ ਪਤਾ ਨਹੀਂ ਕਿਹੜੇ ਰਾਜਨੀਤਿਕ ਖਿਲਾਫ ਕਰਕੇ, ਕਿਹੜੇ ਇੰਟਰਸਟ ਕਰਕੇ ਉਹਨਾਂ ਨੇ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਨਿਭਾਈ। ਪ੍ਰਸ਼ਨ ਜਿਹੜਾ ਹੈ, ਪ੍ਰਸ਼ਨ ਇਹੋ ਹੀ ਹੈ ਕਿ ਕਿਉਂ ਨਹੀਂ ਨਿਭਾਈ? ਤਾਂ ਜੇਕਰ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਮੁੱਦਿਆਂ ਨੂੰ ਉਠਾਇਆ ਔਰ ਬਕਾਇਦਾ ਕੱਲੀ ਗੱਲ ਦੀ ਉਹ ਪ੍ਰਸ਼ਨ ਨੂੰ ਉਠਾ ਰਹੇ ਆ ਕਿ ਉਸ ਵਕਤ ਕਿਉਂ ਨਹੀਂ ਕਰ ਰਹੇ, ਉਸ ਵਕਤ ਚਰਨਜੀਤ ਸ਼ਰਮਾ ਦੀ ਗੱਲ ਕੀਤੀ ਗਈ, ਪੁਲਿਸ ਅਧਿਕਾਰੀ, ਉਹ ਸਾਰੇ ਇਸ ਐਪੀਸੋਡ ਦੇ ਵਿੱਚ ਤੁਸੀਂ ਮਹਿਸੂਸ ਕਰੋਗੇ ਜਦੋਂ ਤੁਸੀਂ ਗਹਿਰਾਈ ਨਾਲ ਇਸ 4 ਜਿਹੜੇ ਟਵੀਟ ਨੇ ਉਹਨਾਂ ਨੂੰ ਪੜ੍ਹਦੇ ਜੀ, ਤਾਂ 2 ਬੰਦਿਆਂ ਦੀ ਜ਼ਿੰਮੇਵਾਰੀ ਜਿਹੜੀ ਨਿਰਧਾਰਿਤ ਹੁੰਦੀ ਹੈ। ਇੱਕ ਹੈ ਗ੍ਰਹਿ ਮੰਤਰੀ ਦੀ ਉਸ ਵਕਤ ਦੀ ਜਿਹੜਾ ਸੁਖਬੀਰ ਸਿੰਘ ਬਾਦਲ ਕੋਲ ਸੀ, ਔਰ ਦੂਜਾ ਉਸ ਵਕਤ ਜਿਹੜਾ ਪੁਲਿਸ ਦੇ ਮੁਖੀ ਸਨ ਸੁਮੇਧ ਸਿੰਘ ਸੈਣੀ। ਉਸ ਵਕਤ ਸੁਮੇਧ ਸਿੰਘ ਸੈਣੀ ਔਰ ਸੁਖਬੀਰ ਬਾਦਲ ਦੇ ਵਿਚਕਾਰ ਔਰ ਉਸ ਤੋਂ ਇਲਾਵਾ ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਵਿਚਕਾਰ ਕੀ ਕੁਝ ਵਾਪਰਿਆ,
ਅਜੇ ਤੱਕ ਇਹ ਜਿਹੜੀ ਚਰਚਾ ਆ, ਮਤਲਬ ਇਹ ਤਸਵੀਰ ਜਿਹੜੀ ਆ ਸਿੱਧੂ ਸਾਹਿਬ ਲੋਕਾਂ ਦੇ ਸਾਹਮਣੇ ਸਪਸ਼ਟ ਜਿਹੜੀ ਹੈ ਨਹੀਂ ਹੋ ਸਕੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਇਹ ਦਾਅਵੇ ਕੀਤੇ ਸਨ 2017 ਤੋਂ ਪਹਿਲਾਂ ਕਿ ਜਦੋਂ ਸਾਡੀ ਸਰਕਾਰ ਆਈ ਇਹਨੂੰ ਮੈਂ ਫੜ ਕੇ ਅੰਦਰ ਕਰ ਦੂੰਗਾ, ਇਹ ਕਰ ਦੂੰਗਾ, ਉਹ ਕਰ ਦੂੰਗਾ। ਤਾਂ ਦੇਖੋ, ਜਿਹੜਾ ਨਾਨਕ ਨਾਮ ਲੇਵਾ ਕੋਈ ਵੀ ਸਿੱਖ ਹੈ ਉਹ ਹਮੇਸ਼ਾ ਇਹ ਚਾਹੇਗਾ ਕਿ ਇਹ ਗੱਲ ਕਲੀਅਰ ਹੋਣੀ ਚਾਹੀਦੀ ਆ ਕਿ ਉਸ ਰਾਤ ਕੀ ਕੁਝ ਵਾਪਰਿਆ, ਇਸ ਬੰਦੇ ਦੀ ਕੀ ਭੂਮਿਕਾ ਸੀ। ਤੇ ਜੇਕਰ ਇਸ ਭੂਮਿਕਾ ਦੇ ਸੰਬੰਧੀ 4.5 ਸਾਲ ਬੀਤਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਹੁਣੀ ਕੋਈ ਵੀ ਕਾਰਵਾਈ ਨਹੀਂ ਕਰ ਰਹੇ, ਤਾਂ ਜੇਕਰ ਨਵਜੋਤ ਸਿੰਘ ਸਿੱਧੂ ਇਸ ਮੁੱਦੇ ਦੇ ਉੱਤੇ ਆਵਾਜ਼ ਉਠਾ ਰਿਹਾ, ਉਹ ਕਿਉਂ ਉਠਾ ਰਿਹਾ? ਕਿਉਂਕਿ 7 ਅਪ੍ਰੈਲ ਨੂੰ ਜਿਸ ਤਰੀਕੇ ਦੇ ਨਾਲ ਇਹ ਰਿਪੋਰਟ ਰੱਦ ਹੋਈ, ਦੂਜੇ ਪਾਸੇ ਇੱਕ IPS ਅਮਾਨਤ ਅਫਸਰ ਜਿਹੜਾ ਇਸ ਤਰੀਕੇ ਨਾਲ ਰਗੜਿਆ ਗਿਆ, ਔਰ ਵੱਡੀ ਗੱਲ ਕਿ ਜਿਹੜੀ ਆਪਸੀ ਭੇਦ ਸੀ, ਮਤਲਬ ਗੱਲ ਸੀ ਕਿ ਦੋਵੇਂ ਰਲੇ ਨੇ ਬਾਦਲ ਔਰ ਕੈਪਟਨ, ਉਹ ਵੀ ਗੱਲ ਮੰਗੀ ਹੋ ਗਈ। ਤਾਂ ਇਹ ਨਵਜੋਤ ਸਿੱਧੂ ਵੱਲੋਂ ਇਹ ਜਿਹੜੇ ਪ੍ਰਸ਼ਨ ਜਿਹੜੇ ਉਠਾਏ ਜਾ ਰਹੇ, ਇਹ ਟਵੀਟ ਜਿਹੜੇ ਉਠਾਏ ਜਾ ਰਹੇ ਨੇ, ਇਹ ਸਾਰੇ ਉਸ ਐਪੀਸੋਡ ਦੇ ਸੰਦਰਭ 'ਚ ਨੇ। ਕਿਉਂਕਿ ਇੱਕ ਪਾਸੇ ਤਾਂ ਕੱਲ ਰੀਸ਼ਫਲਿੰਗ ਹੋ ਰਹੀ ਹੈ, ਫੇਰ ਬਦਲ ਹੋ ਗਿਆ। ਤਾਂ ਅੱਜ ਦੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ, ਕਿਹੜੇ ਸੰਦਰਭ 'ਚ? ਬਾਦਲਾਂ ਦੇ ਸੰਦਰਭ 'ਚ। ਉਹ ਮੁੱਦੇ ਨੂੰ, ਜਿਹੜਾ ਮੁੱਦਾ ਮੇਨ ਇਸ ਸਾਰੇ ਸਿਆਸਤ ਦੀ ਜਿਹੜੀ ਜੜ ਸੀ ਇਹਦੇ ਵਿੱਚ, ਕਹਿਣ ਦਾ ਕਿ ਜੇਕਰ ਇਹ ਮੁੱਦਾ ਨਵਜੋਤ ਸਿੱਧੂ ਵੱਲੋਂ ਨਾ ਉਠਾਇਆ ਜਾਂਦਾ 7 ਅਪ੍ਰੈਲ ਤੋਂ ਬਾਅਦ, ਤਾਂ ਸ਼ਾਇਦ ਪੰਜਾਬ 'ਚ ਰੀਸ਼ਫਲਿੰਗ ਹੁੰਦੀ ਨਾ, ਪੰਜਾਬ 'ਚ ਫੇਰ ਬਦਲ ਹੁੰਦਾ ਹੀ ਨਾ, ਕਦੇ ਵੀ ਪ੍ਰਧਾਨਗੀ ਦਾ ਮੁੱਦਾ ਨਾ ਉੱਠਦਾ। ਤਾਂ ਨਵਜੋਤ ਸਿੱਧੂ ਵੱਲੋਂ ਜਿਸ ਤਰੀਕੇ ਨਾਲ ਬਾਦਲਾਂ ਨੂੰ ਅੱਜ ਨਿਸ਼ਾਨਾ ਬਣਾਇਆ ਗਿਆ, ਉਹ ਹਮੇਸ਼ਾ ਰੋਜ਼ ਦੇ ਰੋਜ਼ ਕਿਸੇ ਨਾ ਕਿਸੇ ਨੂੰ ਨਿਸ਼ਾਨਾ ਬਣਾਉਂਦੇ ਨੇ। ਉਹਨਾਂ ਦਾ ਨਿਸ਼ਾਨਾ ਬਣਾਉਣਾ ਤਾਂ ਬਾਦਲਾਂ ਦੀ ਜ਼ਿੰਮੇਵਾਰੀ ਨੂੰ ਉਸ ਸਮੇਂ ਦੇ ਵਿੱਚ ਜਿਹੜੀ ਉਹਨਾਂ ਨੇ 2012 ਤੋਂ ਲੈ ਕੇ 2016 ਤੱਕ ਜੋ ਕੁਝ ਉਹਨਾਂ ਨੇ ਭੂਮਿਕਾ ਨਿਭਾਈ, ਉਹ ਤਾਂ ਟਾਰਗੇਟ ਕੀਤਾ ਹੀ ਕੀਤਾ, ਪਰ ਉਹਦੇ ਤਰੀਕੇ ਨਾਲ ਹੀ ਇੱਕ ਟੇਢੇ ਤਰੀਕੇ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਵੀ ਇਹ ਜ਼ਿੰਮੇਵਾਰੀ ਬਰਦਾਸ਼ਤ ਕੀਤੀ ਹੈ ਕਿ ਕੈਪਟਨ ਸਾਹਿਬ, ਮੁੱਖ ਮੰਤਰੀ ਸਾਹਿਬ, ਠੀਕ ਹੈ ਤੁਸੀਂ ਰੀਸ਼ਫਲਿੰਗ ਕਰ ਸਕਦੇ ਜੇ, ਫੇਰ ਬਦਲ ਕਰ ਸਕਦੇ ਜੇ, ਪਰ ਇਹਦੇ ਬਾਵਜੂਦ ਜੋ ਕੁਝ ਪਿਛਲੀ ਸਰਕਾਰ 'ਚ ਨਹੀਂ ਹੋਇਆ ਤੇ ਜਿਹੜੀ ਆਸ ਤੁਹਾਡੇ ਉੱਤੇ ਲੋਕਾਂ ਨੇ ਕੀਤੀ ਸੀ, ਉਸ ਆਸ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਸੁਚੇਤ ਰਹੋ। ਇਸ ਤਰੀਕੇ ਨਾਲ ਨਾ ਸੋਚਿਓ ਕਿ ਜੇਕਰ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਗਿਆ ਤੇ ਇਹ ਮੁੱਦੇ ਜਿਹੜੇ ਨੇ ਇਹ ਖਤਮ ਹੋ ਜਾਣਗੇ। ਇਹਦਾ ਇੱਕ ਪੱਖ ਸਿੱਧੂ ਸਾਹਿਬ ਇੱਕ ਹੋਰ ਵੀ ਹੈਗਾ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਤੁਸੀਂ ਮਹਿਸੂਸ ਕਰੋਗੇ ਕਿ ਸੁਖਬੀਰ ਸਿੰਘ ਬਾਦਲ ਹੋਣੀ ਬੜੇ ਹੋਰ ਤਰੀਕੇ ਦੇ ਨਾਲ, ਹੈਵੀ ਤਰੀਕੇ ਦੇ ਨਾਲ ਜਿਹੜਾ ਹਮਲਾਵਰ ਅਪਣਾਉਂਦੇ ਹੋਏ ਕਾਂਗਰਸ ਦੇ ਉੱਤੇ ਵਾਰ ਜਿਹੜੇ ਉਹ ਕਰ ਰਹੇ ਨੇ। ਔਰ ਜਿਸ ਤਰੀਕੇ ਨਾਲ ਵਿਰਸਾ ਸਿੰਘ ਵਟੋਆ ਨੇ ਟੱਡੀਆਂ, ਜਿਸ ਦਿਨ ਟੱਡੀਆਂ ਵਾਲਾ ਸੰਤ ਰਣਜੀਤ ਸਿੰਘ ਟੱਡੀਆਂ ਵਾਲਾ SIT ਦੇ ਸਿੱਟ ਦੇ ਸਾਹਮਣੇ ਪੇਸ਼ ਹੋਇਆ, ਤਾਂ ਸਭ ਤੋਂ ਪਹਿਲਾਂ ਵਿਰਸਾ ਸਿੰਘ ਵਟੋਆ ਹੋਗਾ ਤੇ ਵਿਰਸਾ ਸਿੰਘ ਵਟੋਆ ਵੱਲੋਂ ਟੱਡੀਆਂ ਵਾਲੇ ਤੇ ਬੜੇ ਇਲਜ਼ਾਮ ਲਾਏ ਗਏ। ਤਾਂ ਕਹਿਣ ਦਾ ਅਰਥ ਹੈ ਕਿ ਜਿਹੜੀ SIT ਦੀ ਰਿਪੋਰਟ ਜਿਹੜੀ ਹੈ, ਜਿਹੜੀ ਨਵੀਂ ਉਹ ਕਾਰਵਾਈ ਕਰਦੀ ਪਈ ਆ, ਔਰ ਕਿਤੇ ਨਾ ਕਿਤੇ ਇੱਕ ਜਿਹੜੀ ਚਿੰਤਾ, ਇੱਕ ਡਰ ਜਿਹੜਾ ਆ ਉਹ ਸੁਖਬੀਰ ਬਾਦਲ ਹੋਣਾ ਦੇ ਵਿੱਚ ਪਾਇਆ ਜਾ ਰਿਹਾ ਕਿ ਪਤਾ ਨਹੀਂ SIT ਦੀ ਰਿਪੋਰਟ ਨੇ ਕੀ ਕਰ ਦੇਣਾ, ਜਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਆਪਣੀ ਡਿਪਟੀ ਸਾਹਿਬ ਨੂੰ ਬਹਾਲ ਕਰਨ ਵਾਸਤੇ ਕੀ ਕਦਮ ਚੁੱਕ ਸਕਦੇ ਆ। ਤਾਂ ਉਹਨਾਂ ਵੱਲੋਂ ਕਈ ਵਾਰ ਹਮਲਾਵਰ ਰੁੱਖ ਜਿਹੜਾ ਬਣਾਇਆ ਜਾ ਰਿਹਾ, ਤਾਂ ਉਸ ਹਮਲਾਵਰ ਰੁੱਖ ਦਾ ਜਿਹੜਾ ਜਵਾਬ ਆ, ਮੇਰਾ ਨਹੀਂ ਖਿਆਲ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਿਚਾਰਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕਿਸੇ ਕੋਲ ਨਹੀਂ ਹੋਵੇ। ਕੇਵਲ ਔਰ ਕੇਵਲ ਉਸ ਗੱਲ ਨੂੰ ਕਾਊਂਟਰ ਜਿਹੜਾ ਹੈ ਉਹ ਨਵਜੋਤ ਸਿੱਧੂ ਕਰਦਾ ਪਿਆ, ਕਿਉਂਕਿ ਬਾਕੀਆਂ ਦੇ ਤੇ ਜਿਹੜੇ ਇੰਟਰਸਟ ਨੇ ਉਹ ਤਾਂ ਮਹਿਕਮੇ ਦੀ ਬਦਲੀ, ਮੰਤਰੀ ਪਦ ਜਾਂ ਇਹਨਾਂ ਦੀਆਂ ਚੀਜ਼ਾਂ ਤੱਕ ਸੀਮਿਤ ਹੈ। ਪਰ ਜਿਸ ਲੋਕ ਮੁੱਦੇ ਨੂੰ ਲੈ ਕੇ ਗੱਲ ਕਰਦਾ ਪਿਆ, ਜਾਂ ਜਿਸ ਲੋਕ ਮੁੱਦੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਲੋਕਚਾਰੀ ਦੇ ਵਿੱਚ ਉਤਰਿਆ ਸੀ, ਉਹ ਅਜੇ ਵੀ ਉਸ ਟਾਈਮ ਤੇ ਕਾਇਮ ਆ। ਦੱਸੋ ਇਸ ਕਾਰਨ ਉਸ ਤੇ ਇਹ ਮੁੱਦੇ ਜਿਹੜੇ ਉਠਾਉਣੇ, ਜਿੱਥੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਜਾਂ ਹੋਰ ਜਿਹੜੇ ਨੇ ਉਹਨਾਂ ਨੂੰ ਉਸ ਕਟਹਿਰੇ ਵਿੱਚ ਖੜਾ ਕਰਦਾ ਹੈ, ਉਹਦੇ ਨਾਲ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵੀ ਇਹ ਸੁਚੇਤ ਕਰਨਾ ਕਿ ਕੈਪਟਨ ਸਾਹਿਬ ਇਹ ਮਤ ਸਮਝਿਓ ਕਿ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਇੱਕ ਤੀਰ ਦੇ ਨਾਲ ਨਿਸ਼ਾਨੇ ਕਈ ਲੱਗ ਰਹੇ ਆ ਕਿ ਤੁਸੀਂ ਇਸ ਤਰੀਕੇ ਨਾਲ ਕੈਬਨਿਟ ਦੇ ਵਿੱਚ ਰੀਸ਼ਫਲਿੰਗ ਕਰਦੇ ਜੀ, ਤਾਂ ਜਿਹੜੀ ਤੁਹਾਡੇ ਵਿਰੁੱਧ ਆਵਾਜ਼ ਉੱਠ ਰਹੀਆਂ ਨੇ ਉਹ ਬੰਦ ਹੋ ਜਾਣਗੀਆਂ। ਸਿੱਧੂ ਸਾਹਿਬ ਏਦਾਂ ਨਹੀਂ ਹੋਣਾ, ਕਿਉਂਕਿ ਗੱਲ ਪ੍ਰਸ਼ਨ ਇਹ ਆ ਕਿ ਜੋ ਮਰਜ਼ੀ ਹੋ ਜਾਵੇ, ਮਾਈਨਿੰਗ ਦਾ ਮੁੱਦਾ ਹੱਲ ਹੁੰਦਾ ਨਾ ਹੋਵੇ, ਬਿਜਲੀ ਕੱਟ, ਇਹ ਤਾਂ ਹਾਈ ਕਮਾਨ ਨੇ ਵੀ ਕਿਹਾ ਕਿ ਲੋਕਾਂ ਦੀ ਭਾਵਨਾ ਦੇ ਨਾਲ ਜੁੜਿਆ ਹੋਇਆ ਮੁੱਦਾ, ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕਰੋ। ਜਿਹੜੇ 18 ਨੁਕਤੇ
ਦੇ ਕੇ ਭੇਜੇ ਸੀ ਕੈਪਟਨ ਅਮਰਿੰਦਰ ਸਿੰਘ ਨੂੰ। ਉਹਦੇ ਵਿੱਚ ਸਾਫ਼ ਤੌਰ ਤੇ ਹਾਈ ਕਮਾਨ ਨੇ ਹਦਾਇਤ ਕੀਤੀ ਸੀ ਕਿ ਇਹ ਭਾਵਨਾਤਮਕ ਮੁੱਦਾ ਹੈਗਾ, ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਪਰ ਤਰਾਸਦੀ ਇਹ ਹੈ ਨਾ ਸਿੱਧੂ ਸਾਹਿਬ, ਜਿੱਦਣ ਉਹ 18 ਮੁਕਾਤੀ ਪ੍ਰੋਗਰਾਮਾਂ ਦੀ ਲਿਸਟ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੁਣੀ ਦੁਬਾਰਾ ਸਿਸਪਾ ਫਾਰਮ 'ਚ ਪਹੁੰਚੇ, ਉਹਨਾਂ ਵੱਲੋਂ ਬਾਕੀ ਕਾਰਵਾਈ ਤੇ ਕੀਤੀਆਂ ਗਈਆਂ। ਹਿੰਦੂ ਵਰਗ ਨੂੰ ਹਿੰਦੂ ਲੀਡਰ ਨੂੰ ਸੱਦ ਕੇ ਚਾਹ ਪਾਣੀ ਪਿਆਇਆ ਗਿਆ। ਅੱਜ ਜਿਸ ਤਰ੍ਹਾਂ 5 ਵਿਧਾਇਕਾਂ ਨੂੰ ਇਹਨਾਂ ਨੂੰ ਸੱਦਿਆ ਗਿਆ। ਇਹ ਵੀ ਕਿਹਾ ਗਿਆ ਕਿ ਜਿਹੜੇ ਬਿਜਲੀ ਸਮਝੌਤੇ ਹੋਏ ਨੇ ਉਹਨਾਂ ਉੱਤੇ ਵੀ ਗੱਲਬਾਤ ਜਿਹੜੀ ਹੋਊਗੀ, ਉਹਨਾਂ ਉੱਤੇ ਵੀ ਸੁਪਰੀਮ ਕੋਰਟ 'ਚ ਰਿਟ ਕਰਾਂਗੇ। ਪਰ ਬੇਸਿਕਲੀ ਜਿਹੜਾ ਇਹ ਅਸਲੀ ਮੁੱਦਾ ਹੈ, ਇਹਦੇ ਸੰਬੰਧੀ ਤਾਂ ਕੈਪਟਨ ਸਾਹਿਬ ਕੋਈ ਮੂੰਹ ਤੋਂ ਕੋਈ ਗੱਲ ਤਾਂ ਕਰੋ। ਇਹਦੇ ਸੰਬੰਧੀ ਉਹਨਾਂ ਨੇ ਗੱਲ ਨਹੀਂ ਕੀਤੀ। ਔਰ ਸਿੱਧੂ ਸਾਹਿਬ ਮੈਂ ਤੁਹਾਨੂੰ ਦੱਸਾਂ ਕਿ 122 ਸਮਝੌਤੇ ਨੇ, ਬਿਜਲੀ ਸਮਝੌਤੇ ਕਿੰਨੇ ਕੁ ਰੱਦ ਕਰਨਗੇ, ਉਹ ਹੁਣੇ ਨਹੀਂ। ਤਾਂ ਕਹਿਣ ਦਾ ਅਰਥ ਆ ਕਿ ਜਿਹੜਾ ਮੇਨ ਮੁੱਦਾ, ਜਿਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਸਥਾਪਿਤ ਸਰਕਾਰ, ਇੱਕ ਉਹ ਸਰਕਾਰ ਜਿਹੜੀ ਤਗੜੀ ਸਰਕਾਰ ਹੈ, ਜਿਹੜੀ ਆਉਣ ਵਾਲੇ ਦਿਨਾਂ 'ਚ ਇਹ ਸਮਝਦੀ ਪਈ ਸੀ ਕਿ ਪੰਜਾਬ ਦਾ ਮੈਦਾਨ ਕਾਂਗਰਸ ਵਾਸਤੇ ਖਾਲੀ ਹੈ। ਤਾਂ ਜੇਕਰ ਉਸ ਕਾਂਗਰਸ ਪਾਰਟੀ ਵਾਸਤੇ ਜੇਕਰ ਲੋਕ ਹਿੱਤਾਂ ਜਾਂ ਲੋਕ ਮੁੱਦਿਆਂ ਦੇ ਸੰਦਰਭ 'ਚ ਉਹਨਾਂ ਮੁੱਦਿਆਂ ਦੇ ਹੱਕ ਦੇ ਵਿੱਚ ਕਿ ਜਿਹਨਾਂ ਮੁੱਦਿਆਂ ਦੀ ਤੁਸੀਂ ਗੱਲ ਸ਼ੁਰੂਆਤ ਕੀਤੀ ਸੀ, ਜੇਕਰ ਉਹ ਮੁੱਦੇ ਠੰਡੇ ਪੈ ਗਏ, ਉਹਨਾਂ ਨੂੰ ਤੁਸੀਂ ਸਾਈਡ ਤੇ ਰੱਖਤਾ, ਦੂਜੇ ਮੁੱਦੇ ਨੂੰ ਗੱਲ ਹੈ, ਤਾਂ ਫਿਰ ਕੋਈ ਨਾ ਕੋਈ ਤਾਂ ਰੋਕ ਉੱਠਣੀ। ਤਾਂ ਨਵਜੋਤ ਸਿੰਘ ਜੋ ਕਰ ਰਿਹਾ, ਤੁਹਾਡੇ ਵਾਲੀ ਗੱਲ ਬਹੁਤ ਵਧੀਆ ਕਿ ਉਹਨੇ ਨਿਸ਼ਾਨਾ ਤਾਂ ਉਹ ਕਿਤੇ ਮਾਰ ਤੀਰ ਇੱਕ ਛੱਡਦਾ, ਉਸ ਨਿਸ਼ਾਨੇ ਉਸ ਤੀਰ 'ਚ ਕਈ ਹੁੰਦੇ ਜਾਂਦੇ ਆ। ਜਿੱਥੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜ਼ਿੰਮੇਵਾਰੀ ਨਿਰਧਾਰਤ ਹੁੰਦੀ ਹੈ, ਉੱਥੇ ਪਿਛਲੀ ਸਰਕਾਰ ਦੇ ਵਿੱਚ ਇਹ ਜਿਹੜੀ ਅਕਾਲੀ ਭਾਜਪਾ ਸਰਕਾਰ ਦੀ ਇਹਨਾਂ ਦੀ ਕੀ ਭੂਮਿਕਾ ਰਹੀ ਹੈ, ਇਹਨੂੰ ਵੀ ਨਵਜੋਤ ਸਿੰਘ ਉਸ ਕਟਹਿਰੇ 'ਚ ਖੜਾ ਕਰਦਾ ਹੈ। ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਉਹਨਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।